ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦਾ ਵਰਲਡ ਇਨਫੋ ਸ਼ੋ ਉੱਪਰ। ਦੋਸਤੋ, ਤੁਸੀਂ ਕਦੀ ਸੋਚਿਆ ਹੈ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਕੌਣ ਹੈ ਜਾਂ ਦੁਨੀਆ ਦੀ ਸਭ ਤੋਂ ਤਾਕਤਵਰ ਕੰਪਨੀ ਕਿਹੜੀ ਹੈ? ਤੁਹਾਡੇ ਵਿੱਚੋਂ ਸ਼ਾਇਦ ਹੀ ਕੋਈ ਸਹੀ ਆਨਸਰ ਗੈਸ ਕਰ ਸਕਣ। ਤੁਸੀਂ ਸ਼ਾਇਦ ਉਹਦੇ ਬਾਰੇ ਜਾਣਦੇ ਵੀ ਨਾ ਹੋਵੋਗੇ। ਅੱਜ ਐਪਲ, ਗੂਗਲ, ਫੇਸਬੁੱਕ ਵਰਗੀਆਂ ਕੰਪਨੀਆਂ ਦੁਨੀਆ ਨੂੰ ਕੰਟਰੋਲ ਤਾਂ ਜ਼ਰੂਰ ਕਰ ਰਹੀਆਂ ਹਨ, ਪਰ ਇੱਕ ਐਸੀ ਕੰਪਨੀ ਵੀ ਹੈ ਜੋ ਇਹਨਾਂ ਸਾਰੀਆਂ ਨੂੰ ਕੰਟਰੋਲ ਕਰ ਰਹੀ ਹੈ। ਭਾਵੇਂ ਦੁਨੀਆ ਦੇ ਵਿੱਚ ਰਿਸੈਸ਼ਨ ਚੱਲਦਾ ਹੋਵੇ, ਇਸ ਕੰਪਨੀ ਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਆਪਣਾ ਪ੍ਰੋਫਿਟ ਬਣਾਈ ਜਾਂਦੀ ਹੈ। ਪਰ ਕਦੇ ਤੁਸੀਂ ਇਹ ਸੋਚਿਆ ਹੈ ਕਿ ਇਹ ਕੰਪਨੀ ਕਿਹੜੀ ਹੈ ਅਤੇ ਇਸ ਕੰਪਨੀ ਨੂੰ ਕੌਣ ਚਲਾਉਂਦਾ ਹੈ? ਸੋ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਸ ਕੰਪਨੀ ਬਾਰੇ। ਇਸ ਕੰਪਨੀ ਦਾ ਨਾਮ ਹੈ ਬਲੈਕ ਰੌਕ। ਦੋਸਤੋ, ਬਲੈਕ ਰੌਕ ਇੱਕ ਐਸੈਟ ਮੈਨੇਜਮੈਂਟ ਕੰਪਨੀ ਹੈ ਅਤੇ ਇਸ ਦੇ ਮਾਲਕ ਦਾ ਨਾਮ ਹੈ ਲੈਰੀ ਫਿੰਕ। ਦੋਸਤੋ, ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਇਹ ਕੰਪਨੀ ਦੀ ਨੈਟ ਵਰਥ 9.3 ਟ੍ਰਿਲੀਅਨ US$। ਆਸਾਨ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਇੰਡੀਆ ਦੀ GDP ਤੋਂ 3 ਗੁਣਾ ਜ਼ਿਆਦਾ ਹੈ ਅਤੇ US ਦੀ GDP ਦਾ ਅੱਧ ਸਿਰਫ ਇਹ ਕੰਪਨੀ ਸੰਭਾਲ ਰਹੀ ਹੈ। ਦੋਸਤੋ, ਇਸ ਕੰਪਨੀ ਕੋਲ ਇੰਨਾ ਕੁ ਪੈਸਾ ਹੈ ਕਿ ਅੰਬਾਨੀ, ਅਡਾਨੀ ਵਰਗੇ ਲੋਕ ਵੀ ਇਹਨਾਂ ਸਾਹਮਣੇ ਕੁਝ ਨਹੀਂ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਕੰਪਨੀ ਕੋਲ ਇੰਨਾ ਪੈਸਾ ਆਇਆ ਕਿੱਦਾਂ? ਇਸ ਬਾਰੇ ਜਾਣਨ ਲਈ ਸਾਨੂੰ ਥੋੜਾ ਲੈਰੀ ਫਿੰਕ ਬਾਰੇ ਜਾਣਨਾ ਪਵੇਗਾ। ਲੈਰੀ ਫਿੰਕ, ਜੋ ਕਿ ਉੱਦਾਂ ਤਾਂ ਪੋਲੀਟੀਕਲ ਸਾਇੰਸ ਦੇ ਗ੍ਰੈਜੂਏਟ ਹਨ, ਪਰ ਉਹਨਾਂ ਦੀ ਰੁਚੀ ਸਟਾਕ ਮਾਰਕੀਟ ਵਿੱਚ ਵੀ ਸੀ ਤੇ ਬਸ ਪੋਲੀਟਿਕਸ ਅਤੇ ਇਕਨੋਮਿਕਸ ਦੇ ਇਸ ਜੋੜ ਕਰਕੇ ਹੀ ਉਹ ਅੱਜ ਇੰਨੇ ਕਾਮਯਾਬ ਹਨ। ਲੈਰੀ ਫਿੰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੋਸਟਨ ਫਸਟ ਨਾਮ ਦੀ ਕੰਪਨੀ ਨੂੰ ਜੁਆਇਨ ਕਰਕੇ ਕੀਤੀ ਸੀ ਅਤੇ ਥੋੜੇ ਸਮੇਂ ਵਿੱਚ ਹੀ ਉਹ ਕੰਪਨੀ ਦੇ MD ਬਣ ਗਏ ਸਨ। MD ਬਣਦੇ ਹੀ ਉਹਨਾਂ ਨੇ ਕੰਪਨੀ ਨੂੰ $1 ਬਿਲੀਅਨ ਦਾ ਪ੍ਰੋਫਿਟ ਕਰਵਾਇਆ ਸੀ, ਪਰ ਥੋੜੀ ਦੇਰ ਬਾਅਦ ਹੀ ਉਹਨਾਂ ਕਰਕੇ ਹੀ ਕੰਪਨੀ ਨੂੰ $8 ਬਿਲੀਅਨ ਦਾ ਨੁਕਸਾਨ ਵੀ ਹੋਇਆ ਸੀ। ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਵਧੀਆ ਕੰਮ ਕਰਨ ਤੇ ਉਨੀ ਵਾਹ-ਵਾਹ ਭਲੇ ਹੀ ਨਾ ਹੋਵੇ, ਪਰ ਮਾੜਾ ਕੰਮ ਕਰਨ ਤੇ ਤੁਹਾਨੂੰ ਲਾਹਨਤਾਂ ਜ਼ਰੂਰ ਪੈਂਦੀਆਂ ਹਨ। ਇਹ ਸਭ ਲੈਰੀ ਫਿੰਕ ਨਾਲ ਵੀ ਹੋਇਆ ਤੇ ਉਹਨਾਂ ਨੂੰ ਉਹ ਕੰਪਨੀ ਛੱਡਣੀ ਪੈ ਜਾਂਦੀ ਹੈ, ਪਰ ਇਹ ਉਹਨਾਂ ਦੀ ਲਾਈਫ ਦਾ ਟਰਨਿੰਗ ਪੁਆਇੰਟ ਸੀ। ਫਿਰ ਲੈਰੀ ਫਿੰਕ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਬਲੈਕਸਟੋਨ ਨਾਮ ਦੀ ਕੰਪਨੀ ਸ਼ੁਰੂ ਕੀਤੀ, ਪਰ ਉਹ ਆਪਣੇ ਦੋਸਤ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਸਨ ਤੇ ਉਹਨਾਂ ਨੇ ਉਹ ਕੰਪਨੀ ਵੀ ਛੱਡ ਦਿੱਤੀ। ਫਿਰ 1994 ਵਿੱਚ ਲੈਰੀ ਫਿੰਕ ਨੇ ਆਪਣੀ ਕੰਪਨੀ ਬਲੈਕ ਰੌਕ ਨਾਮ ਤੋਂ ਸ਼ੁਰੂ ਕੀਤੀ ਅਤੇ 5 ਸਾਲ ਵਿੱਚ ਹੀ ਕੰਪਨੀ ਦੀ ਨੈਟ ਵਰਥ $165 ਬਿਲੀਅਨ ਹੋ ਗਈ ਤੇ 1999 ਵਿੱਚ ਉਹਨਾਂ ਨੇ ਕੰਪਨੀ ਨੂੰ ਪਬਲਿਕ ਕਰ ਦਿੱਤਾ ਤੇ $14 ਦਾ IPO ਲਾਂਚ ਕੀਤਾ। ਇਹ ਕੰਪਨੀ ਨੇ ਅੱਜ ਤੱਕ ਸਿਰਫ ਉੱਪਰ ਦਾ ਹੀ ਸਫ਼ਰ ਤੈਅ ਕੀਤਾ ਹੈ। ਇੱਥੋਂ ਤੱਕ ਕਿ ਜਦ 2008 ਵਿੱਚ ਲੈਹਮਨ ਕ੍ਰਾਈਸਿਸ ਦਾ ਰਿਸੈਸ਼ਨ ਆਇਆ ਤਾਂ ਵੀ ਇਹ ਕੰਪਨੀ ਪ੍ਰੋਫਿਟ ਵਿੱਚ ਸੀ ਤੇ ਹੁਣੇ ਆਏ ਕੋਵਿਡ ਕ੍ਰਾਈਸਿਸ ਵਿੱਚ ਵੀ ਇਹ ਕੰਪਨੀ ਪ੍ਰੋਫਿਟ ਵਿੱਚ ਸੀ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੰਪਨੀ ਕੰਮ ਕੀ ਕਰਦੀ ਹੈ ਤੇ ਕਿੱਦਾਂ ਕਰਦੀ ਹੈ। ਦੋਸਤੋ, ਇਹ ਕੰਪਨੀ ਇੱਕ ਇਨਵੈਸਟਮੈਂਟ ਕੰਪਨੀ ਹੈ ਅਤੇ ਇਹ ਹਰ ਉਸ ਕੰਪਨੀ ਵਿੱਚ ਇਨਵੈਸਟ ਕਰਦੀ ਹੈ ਜੋ ਜਾਂ ਤਾਂ ਵੱਧ ਰਹੀਆਂ ਹਨ ਜਾਂ ਫਿਰ ਵੱਧ ਚੁੱਕੀਆਂ ਹਨ। ਲਗਭਗ ਹਰ ਕਿਸੇ ਦੇਸ਼ ਵਿੱਚ, ਹਰ ਕਿਸੇ ਵੱਡੀ ਕੰਪਨੀ ਵਿੱਚ ਇਹਨਾਂ ਦਾ ਹਿੱਸਾ ਹੈ। 30 ਕੰਟਰੀਜ਼ ਵਿੱਚ ਇਹਨਾਂ ਦੇ 70 ਆਫਿਸ ਹਨ ਅਤੇ 100 ਕੰਟਰੀਜ਼ ਵਿੱਚ ਇਹਨਾਂ ਦੇ ਕਲਾਇੰਟ ਹਨ। ਦੁਨੀਆ ਦੇ ਹਰ ਪਾਸੇ ਇਹ ਕੰਪਨੀ ਮੌਜੂਦ ਹੈ। ਕੰਟਰੀਜ਼ ਦੇ ਸਰਪਲਸ ਫੰਡਸ ਨੂੰ ਵੀ ਇਹ ਕੰਪਨੀ ਮੈਨੇਜ ਕਰਦੀ ਹੈ। ਇੱਥੋਂ ਤੱਕ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਐਕਸੈਸ ਫੰਡ ਵੀ ਇਹ ਕੰਪਨੀ ਕੋਲ ਹਨ ਤੇ ਕਈ ਕੰਟਰੀਜ਼ ਦੇ ਪੈਨਸ਼ਨ ਫੰਡਸ ਅਤੇ ਇੰਸ਼ੋਰੈਂਸ ਫੰਡ ਵੀ ਇਹ ਕੰਪਨੀ ਮੈਨੇਜ ਕਰਦੀ ਹੈ। ਸਟਾਕ ਮਾਰਕੀਟ ਵਿੱਚ ਕਈ ਵੱਡੀਆਂ ਕੰਪਨੀਆਂ ਵਿੱਚ ਇਹਨਾਂ ਦਾ ਹਿੱਸਾ ਹੈ, ਜਿਵੇਂ ਕਿ ਫੋਰਡ ਮੋਟਰਸ ਵਿੱਚ 7%, ਫੇਸਬੁੱਕ ਵਿੱਚ 6.5%, ਐਪਲ ਵਿੱਚ 6.5%, JP ਮੋਰਗਨ ਬੈਂਕ ਵਿੱਚ 6.5% ਅਤੇ ਵੈਰੀਜ਼ੋਨ ਵਿੱਚ 7.5% ਤੇ ਹੋਰ ਵੀ ਕਈ ਸਾਰੀਆਂ ਕੰਪਨੀਆਂ ਵਿੱਚ ਇਹਨਾਂ ਦਾ ਹਿੱਸਾ ਹੈ। ਸਾਡੀ ਜ਼ਿੰਦਗੀ ਦੀ ਹਰ ਵਰਤੀ ਜਾਣ ਵਾਲੀ ਚੀਜ਼ ਦੀ ਕੰਪਨੀ ਵਿੱਚ ਇਹਨਾਂ ਦਾ ਸਟੇਕ ਹੈ, ਚਾਹੇ ਉਹ ਕੰਪਨੀ 2 ਮਿੰਟ ਵਿੱਚ ਬਣਨ ਵਾਲੀ ਮੈਗੀ ਹੋਵੇ ਜਾਂ ਫਿਰ ਮੂਵੀ ਥੀਏਟਰ ਹੋਣ। ਫਲਾਈਟ ਬੁਕਿੰਗ ਕਰਨ ਵਾਲੀ ਵੈਬਸਾਈਟ ਤੋਂ ਲੈ ਕੇ ਜਹਾਜ਼ ਬਣਾਉਣ ਵਾਲੀ ਅਤੇ ਉਹਦੇ ਵਿੱਚ ਫਿਊਲ ਪ੍ਰੋਵਾਈਡ ਕਰਨ ਵਾਲੀ ਕੰਪਨੀ ਵਿੱਚ ਵੀ ਇਹਨਾਂ ਦਾ ਸਟੇਕ ਹੈ। ਹੋਟਲ, ਮਾਲਸ, ਐਂਟਰਟੇਨਮੈਂਟ ਜ਼ੋਨਸ, ਕਲੋਥਿੰਗ, ਫੂਡ, ਯਾਨੀ ਕਿ ਹਰ ਚੀਜ਼ ਜਿਹੜੀ ਤੁਸੀਂ ਆਪਣੀ ਅੱਖਾਂ ਨਾਲ ਦੇਖਦੇ ਹੋ ਉਹਦੇ ਵਿੱਚ ਇਸ ਦਾ ਹਿੱਸਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਇਹ ਕੰਪਨੀ ਇੰਨੀ ਵੱਡੀ ਹੈ ਤਾਂ ਅਸੀਂ ਅੱਜ ਤੱਕ ਇਸ ਕੰਪਨੀ ਬਾਰੇ ਕਿਉਂ ਨਹੀਂ ਸੁਣਿਆ? ਕਿ ਇਹ ਵੀ ਇੱਕ ਇਲੂਮੀਨੇਟੀ ਵਾਂਗ ਸੀਕ੍ਰੇਟ ਹਨ? ਇਸ ਦਾ ਜਵਾਬ ਨਹੀਂ ਹੈ। ਇਹ ਸਭ ਇਸ ਲਈ ਹੈ ਕਿਉਂਕਿ ਇਹ ਖੁਦ ਹੀ ਨਹੀਂ ਚਾਹੁੰਦੇ ਕਿ ਤੁਹਾਨੂੰ ਇਹਨਾਂ ਬਾਰੇ ਪਤਾ ਲੱਗੇ। ਵਰਲਡ ਮੀਡੀਆ ਦੇ 90% ਹਿੱਸੇ ਨੂੰ ਵੀ ਇਹ ਕੰਪਨੀ ਓਨ ਕਰਦੀ ਹੈ। ਫੌਕਸ ਦਾ 18%, CBS ਦਾ 16% ਅਤੇ ਕੋਮਕਾਸਟ ਦਾ 13% ਇਹ ਓਨ ਕਰਦੇ ਹਨ। ਲੈਰੀ ਫਿੰਕ ਇਹ ਸਭ ਤਾਂ ਕਰਦੇ ਹਨ ਤਾਂ ਜੋ ਕੰਪਨੀ ਦੇ ਕੌਨਫਲਿਕਟ ਘੱਟ ਰਹਿਣ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਕੰਪਨੀ ਕੀ ਕੰਮ ਕਰਦੀ ਹੈ। ਇੰਨੀ ਜ਼ਿਆਦਾ ਪਾਵਰ ਹੋਣ ਦੇ ਨਾਲ ਲੈਰੀ ਫਿੰਕ ਤਾਂ ਕਦੇ-ਕਦੇ ਸੋਚਦੇ ਹੋਣਗੇ ਕਿ कभी-कभी लगता है कि अपुन ही भगवान है।
ਦੋਸਤੋ, ਚਾਹੇ 2008 ਦਾ ਲੈਮਨ ਕ੍ਰਾਈਸਿਸ ਵਾਲਾ ਰਿਸੈਸ਼ਨ ਹੋਵੇ ਜਾਂ ਫਿਰ ਉਸ ਨੂੰ ਬੇਲ ਆਊਟ ਕਰਨਾ ਹੋਵੇ, ਸਭ ਕੁਝ ਹੀ ਇਹ ਕੰਪਨੀ ਦੁਆਰਾ ਕੀਤਾ ਗਿਆ ਹੈ, ਕਿਉਂਕਿ ਲੈਮਨ ਕ੍ਰਾਈਸਿਸ ਵਿੱਚ ਸ਼ਾਮਿਲ ਬੀਅਰ ਸਟਰਨਸ, ਫਰੈਡੀ ਮੈਕ ਅਤੇ ਲੈਮਨ ਬ੍ਰਦਰਜ਼ ਵਰਗੀ ਕੰਪਨੀ ਵਿੱਚ ਵੀ ਇਸ ਦਾ ਸਟੇਕ ਸੀ। ਤਾਂ ਹੀ ਜਦ 2008 ਵਿੱਚ ਕ੍ਰਾਈਸਿਸ ਆਇਆ ਤਾਂ US ਫੈਡਰਲ ਰਿਜ਼ਰਵ ਨੇ ਕ੍ਰਾਈਸਿਸ ਤੋਂ ਨਿਕਲਣ ਲਈ ਬਲੈਕਰੌਕ ਨੂੰ ਹੀ $130 ਬਿਲੀਅਨ ਦਾ ਕੰਟਰੈਕਟ ਦਿੱਤਾ। ਮਤਲਬ ਕਿ ਕ੍ਰਾਈਸਿਸ ਵੀ ਖੁਦ ਹੀ ਕੰਪਨੀਜ਼ ਕਰਕੇ ਆਇਆ ਤੇ ਪੈਸਾ ਵੀ ਖੁਦ ਕੰਪਨੀ ਨੂੰ ਹੀ ਮਿਲਿਆ। ਅੱਜ ਕੰਪਨੀ ਦੀ ਨੈਟ ਵਰਥ ਦੁਨੀਆ ਦੀ ਹਰ ਕੰਟਰੀ ਤੋਂ ਵੀ ਜ਼ਿਆਦਾ ਹੈ, ਬਸ US ਅਤੇ ਚਾਈਨਾ ਨੂੰ ਛੱਡ ਕੇ। ਚਾਈਨਾ ਜਿੱਥੇ ਕਿ ਫੋਰਨ ਕੰਪਨੀਜ਼ ਨੂੰ ਆਪਣੀ ਕੰਟਰੀ ਵਿੱਚ ਅਲਾਉਡ ਨਹੀਂ ਕਰਦਾ, ਬਲੈਕਰੌਕ ਉੱਥੇ ਵੀ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ 500 ਕੰਪਨੀਜ਼ ਨੂੰ ਵੀ ਚਲਾਉਂਦੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਪਾਵਰਫੁਲ ਕੰਪਨੀ ਤੋਂ ਡਰਨਾ ਚਾਹੀਦਾ ਹੈ ਜਾਂ ਇਸ ਨੂੰ ਰੈਗੂਲੇਟ ਕਿੱਦਾਂ ਕੀਤਾ ਜਾ ਸਕਦਾ ਹੈ ਤੇ ਇਸ ਕੰਪਨੀ ਨੂੰ ਦੁਨੀਆ ਤੇ ਹਾਵੀ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਇਹਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਆਪਣੇ ਪੈਸੇ ਨੂੰ ਸੋਚ ਸਮਝ ਕੇ ਖਰਚ ਕਰੋ ਅਤੇ ਕਿਸੇ ਵੀ ਕੰਪਨੀ ਦੇ ਇਨਫਲੂਐਂਸ ਵਿੱਚ ਆ ਕੇ ਕੁਝ ਨਾ ਖਰੀਦੋ, ਕਿਉਂਕਿ ਕੰਪਨੀਆਂ ਅੱਜ ਕੱਲ੍ਹ ਤੁਹਾਡਾ ਪਰਸਨਲ ਡਾਟਾ ਯੂਜ਼ ਕਰਕੇ ਤੁਹਾਨੂੰ ਚੀਜ਼ਾਂ ਖਰੀਦਣ ਲਈ ਇਨਫਲੂਐਂਸ ਕਰਦੀਆਂ ਹਨ। ਜਦ ਵੀ ਤੁਸੀਂ ਕੁਝ ਖਰੀਦੋਗੇ ਤਾਂ ਇਸ ਦਾ ਕੁਝ ਹਿੱਸਾ ਬਲੈਕਰੌਕ ਕੋਲ ਜਾਵੇਗਾ। ਇਸ ਕੰਪਨੀ ਨੂੰ ਕਈ ਗੱਲਾਂ ਕਰਕੇ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ ਹੈ, ਜਿਵੇਂ ਕਿ ਇਹ ਕੰਪਨੀ ਖੁਦ ਨੂੰ এনवायरमेंट ਫ੍ਰੈਂਡਲੀ ਹੋਣ ਦਾ ਦਾਅਵਾ ਕਰਦੀ ਹੈ, ਪਰ ਉੱਥੇ ਹੀ ਫੋਸਿਲ ਫਿਊਲ ਜਿੱਦਾਂ ਕਿ ਪੈਟਰੋਲੀਅਮ ਅਤੇ ਕੋਲ ਕੰਪਨੀਆਂ ਵਿੱਚ ਵੀ ਇਹ ਕੰਪਨੀ ਇਨਵੈਸਟ ਕਰਦੀ ਹੈ। ਇਸ ਤੋਂ ਇਲਾਵਾ ਗਨਸ ਮੈਨੂਫੈਕਚਰਿੰਗ ਵਿੱਚ ਵੀ ਪੈਸਾ ਇਨਵੈਸਟ ਕਰਦੀ ਹੈ, ਜਿਸ ਖਿਲਾਫ ਕਈ ਵਾਰ ਪ੍ਰੋਟੈਸਟ ਵੀ ਕੀਤਾ ਜਾ ਚੁੱਕਾ ਹੈ। ਉੱਥੇ ਹੀ ਕਈ ਇੱਦਾਂ ਦੇ ਚਾਈਨੀਜ਼ ਕੰਪਨੀਜ਼ ਵਿੱਚ ਵੀ ਇਹ ਕੰਪਨੀ ਇਨਵੈਸਟ ਕਰਦੀ ਹੈ ਜੋ ਕਿ US ਗਵਰਨਮੈਂਟ ਨੇ ਬਲੈਕਲਿਸਟ ਕੀਤੀਆਂ ਹੋਈਆਂ ਹਨ, ਕਿਉਂਕਿ ਉਹ ਕੰਪਨੀਜ਼ ਚਾਈਨਾ ਵਿੱਚ ਧਾਰਮਿਕ ਦੰਗੇ ਕਰਦੀਆਂ ਹਨ। ਹਾਲ ਵਿੱਚ ਹੀ ਰਸ਼ੀਆ ਯੂਕਰੇਨ ਵਾਰ ਵਿੱਚ ਯੂਕਰੇਨ ਨੂੰ ਰੀਬਿਲਡ ਕਰਨ ਦਾ ਕੰਟਰੈਕਟ ਵੀ ਬਲੈਕਰੌਕ ਨੂੰ ਮਿਲਿਆ ਹੈ। ਦੋਸਤੋ, ਇਸ ਤਰ੍ਹਾਂ ਦੀਆਂ ਸ਼ੈਡੋ ਬੈਂਕ ਕੰਪਨੀਜ਼ ਵਿੱਚ ਬਲੈਕਰੌਕ ਤੋਂ ਬਾਅਦ ਵੈਨਗਾਰਡ ਅਤੇ ਸਟੇਟ ਸਟਰੀਟ ਦਾ ਨਾਮ ਆਉਂਦਾ ਹੈ। ਨਾਲ ਹੀ USA ਦੀ 40% GDP ਅਤੇ ਵਰਲਡ ਦੇ 300 ਪੈਨਸ਼ਨ ਫੰਡਸ ਤੋਂ ਵੀ ਜ਼ਿਆਦਾ ਪੈਸੇ ਦੇ ਹੋਣ ਦਾ ਪਤਾ ਤੁਹਾਨੂੰ ਲੱਗ ਹੀ ਗਿਆ ਹੋਵੇਗਾ। ਦੋਸਤੋ, ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਇੱਕ ਕੰਪਨੀ ਕੋਲ ਇੰਨੀ ਜ਼ਿਆਦਾ ਪਾਵਰ ਦਾ ਹੋਣਾ ਸਹੀ ਹੈ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੇ ਆਪਣੇ ਚੈਨਲ ਦਾ ਵਰਲਡ ਇਨਫੋ ਸ਼ੋ।